अध्याय 11वां लाजर दी मौत। लाजर नां दा एक आदमी सी। ਉਹ ਇੱਕ ਵਾਰੀ ਬਹੁਤ ਸਖਤ ਬਿਮਾਰ ਹੋ ਗਿਆ। ਉਹ ਬੈਤਨੀਆ ਪਿੰਡ ਦਾ ਰਹਿਣ ਵਾਲਾ ਸੀ, ਜਿੱਥੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ ਵੀ ਰਹਿੰਦੀਆਂ ਸਨ। ਇਹ ਉਹੀ ਮਰੀਅਮ ਸੀ ਜਿਸ ਨੇ ਪ੍ਰਭੂ ਦਾ ਅਤਰ ਨਾਲ ਅਭਿਸ਼ੇਕ ਕੀਤਾ ਅਤੇ ਉਹਨਾਂ ਦੇ ਚਰਨਾਂ ਨੂੰ ਆਪਣੀਆਂ ਵਾਲਾਂ ਨਾਲ ਪੂੰਝਿਆ ਸੀ। ਇਸੇ ਦਾ ਭਰਾ ਲਾਜਰ ਬਿਮਾਰ ਸੀ। ਭੈਣਾਂ ਨੇ ਪ੍ਰਭੂ ਯੀਸ਼ੂ ਨੂੰ ਇਹ ਸੁਨੇਹਾ ਘੱਲਿਆ, ਪ੍ਰਭੂ ਜੀ, ਤੁਹਾਡਾ ਪਿਆਰਾ ਮਿੱਤਰ ਬਿਮਾਰ ਹੈ। ਜਦੋਂ ਯੀਸ਼ੂ ਨੇ ਇਹ ਸੁਣਿਆ ਤਾਂ ਉਹ ਬੋਲੇ, ਇਹ ਬਿਮਾਰੀ ਦਾ ਅੰਤ ਮੌਤ ਨਹੀਂ ਹੈ, ਸਗੋਂ ਇਹ ਪਰਮੇਸ਼ਵਰ ਦੀ ਮਹਿਮਾ ਦੇ ਲਈ ਹੈ। ਇਸ ਦੇ ਰਾਹੀਂ ਪਰਮੇਸ਼ਵਰ ਦੇ ਪੁੱਤਰ ਦੀ ਵਡਿਆਈ ਹੋਵੇ। ਮਾਰਥਾ ਦੀ ਭੈਣ ਅਤੇ ਲਾਜਰ ਨੂੰ ਯੀਸ਼ੂ ਪਿਆਰ ਕਰਦੇ ਸਨ। ਯੀਸ਼ੂ ਨੇ ਜਦੋਂ ਸੁਣਿਆ ਕਿ ਲਾਜਰ ਬਿਮਾਰ ਹੈ ਤਾਂ ਉਹ ਉਸ ਥਾਂ ਜਿੱਥੇ ਉਹ ਸਨ 2 ਦਿਨ ਹੋਰ ਠਹਿਰ ਗਏ। ਇਸ ਦੇ ਪਿੱਛੋਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, ਆਓ ਅਸੀਂ ਫਿਰ ਯਹੂਦੀਆਂ ਨੂੰ ਚੱਲੀਏ। ਚੇਲਿਆਂ ਨੇ ਉਹਨਾਂ ਨੂੰ ਕਿਹਾ, ਗੁਰੂ ਜੀ, ਕੁਝ ਚਿਰ ਪਹਿਲਾਂ ਹੀ ਯਹੂਦੀ ਤੁਹਾਨੂੰ ਪਥਰਾਓ ਕਰਨਾ ਚਾਹੁੰਦੇ ਸਨ ਅਤੇ ਤੁਸੀਂ ਫਿਰ ਉੱਥੇ ਹੀ ਜਾਣਾ ਚਾਹੁੰਦੇ ਹੋ। ਯੀਸ਼ੂ ਨੇ ਉੱਤਰ ਦਿੱਤਾ ਕਿ ਦਿਨ ਦੇ 12 ਘੰਟੇ ਨਹੀਂ ਹੁੰਦੇ। ਜੇਕਰ ਕੋਈ ਦਿਨ ਵਿੱਚ ਚੱਲੇ ਤਾਂ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਹ ਇਸ ਸੰਸਾਰ ਦੇ ਉਜਾਲੇ ਨੂੰ ਦੇਖਦਾ ਹੈ। ਪਰ ਜੇਕਰ ਕੋਈ ਰਾਤ ਨੂੰ ਚੱਲਦਾ ਹੈ ਤਾਂ ਉਹ ਠੋਕਰ ਖਾਂਦਾ ਹੈ, ਕਿਉਂਕਿ ਉਸ ਵਿੱਚ ਉਜਾਲਾ ਨਹੀਂ ਹੈ। ਇਹ ਕਹਿਣ ਦੇ ਪਿੱਛੋਂ ਯੀਸ਼ੂ ਨੇ ਅੱਗੇ ਉਹਨਾਂ ਨੂੰ ਕਿਹਾ, ਸਾਡਾ ਮਿੱਤਰ ਲਾਜਰ ਸੋ ਗਿਆ ਹੈ, ਮੈਂ ਉਸ ਨੂੰ ਜਗਾਉਣ ਵਾਸਤੇ ਜਾ ਰਿਹਾ ਹਾਂ। ਪਰ ਚੇਲਿਆਂ ਨੇ ਉਹਨਾਂ ਨੂੰ ਕਿਹਾ, ਗੁਰੂ ਜੀ, ਜੇਕਰ ਉਹ ਸੋ ਗਿਆ ਹੈ ਤਾਂ ਉਹ ਸਹੀ ਸਲਾਮਤ ਉੱਠ ਜਾਵੇਗਾ। ਯੀਸ਼ੂ ਨੇ ਲਾਜਰ ਦੀ ਮੌਤ ਦੇ ਬਾਰੇ ਕਿਹਾ ਸੀ, ਪਰ ਚੇਲਿਆਂ ਨੇ ਸਮਝਿਆ ਕਿ ਉਹਨਾਂ ਨੇ ਨੀਂਦ ਬਾਰੇ ਕਿਹਾ ਹੈ। ਇਸ ਲਈ ਫਿਰ ਯੀਸ਼ੂ ਨੇ ਉਹਨਾਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ, ਲਾਜਰ ਮਰ ਗਿਆ ਹੈ। ਤੁਹਾਡੀ ਖਾਤਰ ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਸਾਂ ਕਿ ਤੁਸੀਂ ਵਿਸ਼ਵਾਸ ਕਰੋ। ਆਓ ਅਸੀਂ ਉਸ ਕੋਲ ਚੱਲੀਏ। ਇਸ ਉੱਤੇ ਥੋਮਾ ਨੇ, ਜੋ ਦਿਦੁਮੁਸ ਅਖਵਾਉਂਦਾ ਹੈ, ਆਪਣੇ ਸਾਥੀਆਂ ਨੂੰ ਕਿਹਾ, ਆਓ ਚੱਲੀਏ ਤਾਂ ਜੋ ਅਸੀਂ ਵੀ ਉਸ ਦੇ ਨਾਲ ਮਰੀਏ। ਪ੍ਰਭੂ ਯੀਸ਼ੂ ਪੁਨਰ ਉਥਾਨ ਅਤੇ ਜੀਵਨ ਹਨ। ਯੀਸ਼ੂ ਨੂੰ ਉੱਥੇ ਪਹੁੰਚਣ ਤੇ ਪਤਾ ਲੱਗਾ ਕਿ ਲਾਜਰ ਨੂੰ ਕਬਰ ਵਿੱਚ ਰੱਖਿਆ ਹੋਇਆ 4 ਦਿਨ ਹੋ ਗਏ ਹਨ। ਬੈਤਨੀਆ ਯਰੂਸ਼ਲਮ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਤੇ ਸੀ। ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਕੋਲ ਤਸੱਲੀ ਦੇਣ ਦੇ ਲਈ ਆਏ ਹੋਏ ਸਨ। ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯੀਸ਼ੂ ਆ ਰਹੇ ਹਨ ਤਾਂ ਉਹਨਾਂ ਨੂੰ ਅੱਗੇ ਮਿਲਣ ਗਈ, ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ। ਮਾਰਥਾ ਨੇ ਯੀਸ਼ੂ ਨੂੰ ਕਿਹਾ, ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ। ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਜੋ ਕੁਝ ਤੁਸੀਂ ਪਰਮੇਸ਼ਵਰ ਕੋਲੋਂ ਮੰਗੋਗੇ, ਪਰਮੇਸ਼ਵਰ ਤੁਹਾਨੂੰ ਦੇਵੇਗਾ। ਯੀਸ਼ੂ ਨੇ ਉਸ ਨੂੰ ਕਿਹਾ, ਤੇਰਾ ਭਰਾ ਫਿਰ ਜੀ ਉੱਠੇਗਾ। ਮਾਰਥਾ ਨੇ ਉਹਨਾਂ ਨੂੰ ਕਿਹਾ, ਹਾਂ, ਮੈਂ ਜਾਣਦੀ ਹਾਂ ਕਿ ਅੰਤਮ ਦਿਨ ਅਰਥਾਤ ਪੁਨਰ ਉਥਾਨ ਵਾਲੇ ਦਿਨ ਉਹ ਫਿਰ ਜੀ ਉੱਠੇਗਾ। ਯੀਸ਼ੂ ਨੇ ਉਸ ਨੂੰ ਅੱਗੇ ਕਿਹਾ, ਮੈਂ ਹੀ ਪੁਨਰ ਉਥਾਨ ਅਤੇ ਜੀਵਨ ਹਾਂ। ਜੋ ਕੋਈ ਮੇਰੇ ਤੇ ਵਿਸ਼ਵਾਸ ਰੱਖਦਾ ਹੈ, ਬੇਸ਼ੱਕ ਉਹ ਮਰ ਵੀ ਜਾਵੇ, ਉਹ ਫਿਰ ਜੀ ਉੱਠੇਗਾ। ਉਹ ਸਾਰੇ ਜਿਹੜੇ ਜਿਉਂਦੇ ਹਨ ਅਤੇ ਮੇਰੇ ਉੱਤੇ ਵਿਸ਼ਵਾਸ ਰੱਖਦੇ ਹਨ ਕਦੇ ਨਹੀਂ ਮਰਨਗੇ। ਕੀ ਤੂੰ ਇਸ ਉੱਤੇ ਵਿਸ਼ਵਾਸ ਕਰਦੀ ਹੈ? ਮਾਰਥਾ ਨੇ ਉੱਤਰ ਦਿੱਤਾ, ਹਾਂ ਪ੍ਰਭੂ ਜੀ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਪਰਮੇਸ਼ਵਰ ਮਸੀਹ ਹੋ, ਜੋ ਸੰਸਾਰ ਵਿੱਚ ਆਉਣ ਵਾਲੇ ਸਨ। ਪ੍ਰਭੂ ਯੀਸ਼ੂ ਦਾ ਰੋਣਾ। ਇਹ ਕਹਿ ਚੁੱਕਣ ਦੇ ਪਿੱਛੋਂ ਮਾਰਥਾ ਵਾਪਸ ਆ ਗਈ ਅਤੇ ਆਪਣੀ ਭੈਣ ਨੂੰ ਵੱਖਰੇ ਸੱਦ ਕੇ ਕਿਹਾ, ਗੁਰੂ ਜੀ ਇੱਥੇ ਹੀ ਹਨ ਅਤੇ ਤੇਰੇ ਬਾਰੇ ਪੁੱਛ ਰਹੇ ਹਨ। ਇਹ ਸੁਣ ਕੇ ਮਰੀਅਮ ਇੱਕਦਮ ਉੱਠੀ ਅਤੇ ਯੀਸ਼ੂ ਕੋਲ ਗਈ। ਯੀਸ਼ੂ ਅਜੇ ਪਿੰਡ ਦੇ ਵਿੱਚ ਨਹੀਂ ਪਹੁੰਚੇ ਸਨ, ਸਗੋਂ ਉਸ ਥਾਂ ਉੱਤੇ ਸਨ ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ। ਯਹੂਦੀਆਂ ਨੇ, ਜਿਹੜੇ ਉਸ ਵੇਲੇ ਮਰੀਅਮ ਨੂੰ ਘਰ ਵਿੱਚ ਤਸੱਲੀ ਦੇ ਰਹੇ ਸਨ, ਦੇਖਿਆ ਕਿ ਮਰੀਅਮ ਇੱਕਦਮ ਉੱਠੀ ਹੈ ਅਤੇ ਬਾਹਰ ਆ ਗਈ ਹੈ। ਉਹ ਉਸ ਦੇ ਪਿੱਛੇ ਪਿੱਛੇ ਗਏ। ਉਹਨਾਂ ਸੋਚਿਆ ਕਿ ਉਹ ਕਬਰ ਉੱਤੇ ਰੋਣ ਲਈ ਜਾ ਰਹੀ ਹੈ। ਜਦੋਂ ਮਰੀਅਮ ਉੱਥੇ ਪਹੁੰਚੀ ਜਿੱਥੇ ਯੀਸ਼ੂ ਸਨ ਤਾਂ ਉਸਨੇ ਯੀਸ਼ੂ ਨੂੰ ਦੇਖਦਿਆਂ ਹੀ ਉਹਨਾਂ ਦੇ ਚਰਨੀ ਡਿੱਗ ਪਈ ਅਤੇ ਬੋਲੀ, ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ। ਯੀਸ਼ੂ ਨੇ ਜਦੋਂ ਮਰੀਅਮ ਨੂੰ ਅਤੇ ਉਸ ਦੇ ਨਾਲ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਉਹਨਾਂ ਦਾ ਦਿਲ ਭਰ ਆਇਆ ਅਤੇ ਉਹ ਆਪਣੇ ਆਪ ਵਿੱਚ ਬਹੁਤ ਦੁਖੀ ਹੋਏ। ਉਹ ਬੋਲੇ, ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ? ਉਹਨਾਂ ਨੇ ਉੱਤਰ ਦਿੱਤਾ, ਪ੍ਰਭੂ ਜੀ, ਚੱਲੋ ਅਤੇ ਦੇਖੋ। ਯੀਸ਼ੂ ਰੋਏ। ਇਸ ਉੱਤੇ ਯਹੂਦੀ ਬੋਲੇ, ਦੇਖੋ, ਇਹ ਉਸ ਨੂੰ ਕਿੰਨਾ ਪਿਆਰ ਕਰਦਾ ਸੀ। ਪਰ ਕੁਝ ਹੋਰ ਉਹਨਾਂ ਵਿੱਚੋਂ ਕਹਿਣ ਲੱਗੇ, ਇਸਨੇ ਅੰਨ੍ਹਿਆਂ ਦੀਆਂ ਅੱਖਾਂ ਖੋਲੀਆਂ, ਕਿ ਇਹ ਲਾਜਰ ਨੂੰ ਮਰਨ ਤੋਂ ਬਚਾ ਨਹੀਂ ਸਕਦਾ ਸੀ। ਲਾਜਰ ਦਾ ਜਿੰਦਾ ਕੀਤਾ ਜਾਣਾ। ਯੀਸ਼ੂ ਦਾ ਦਿਲ ਇੱਕ ਵਾਰੀ ਫਿਰ ਭਰ ਆਇਆ ਅਤੇ ਉਹ ਕਬਰ ਉੱਤੇ ਗਏ। ਕਬਰ ਇੱਕ ਗੁਫਾ ਵਾਂਗ ਸੀ, ਜਿਸ ਦੇ ਮੂੰਹ ਅੱਗੇ ਪੱਥਰ ਰੱਖਿਆ ਹੋਇਆ ਸੀ। ਯੀਸ਼ੂ ਨੇ ਕਿਹਾ, ਪੱਥਰ ਨੂੰ ਹਟਾਓ। ਮਰੇ ਹੋਏ ਆਦਮੀ ਦੀ ਭੈਣ ਮਾਰਥਾ ਨੇ ਉਹਨਾਂ ਨੂੰ ਕਿਹਾ,
ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਦੁਰਗੰਧ ਆ ਰਹੀ ਹੋਵੇਗੀ, ਕਿਉਂਕਿ ਉਸ ਨੂੰ 4 ਦਿਨ ਹੋ ਗਏ ਹਨ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਕਿ ਮੈਂ ਤੈਨੂੰ ਨਹੀਂ ਕਿਹਾ ਸੀ, ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਪਰਮੇਸ਼ਵਰ ਦੀ ਮਹਿਮਾ ਦੇਖੇਂਗੀ। ਉਹਨਾਂ ਨੇ ਪੱਥਰ ਹਟਾ ਦਿੱਤਾ। ਯੀਸ਼ੂ ਨੇ ਆਪਣੀਆਂ ਅੱਖਾਂ ਉਤਾਂ ਆਕਾਸ਼ ਵੱਲ ਚੁੱਕਿਆ ਅਤੇ ਕਿਹਾ, ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਸੁਣ ਲਈ ਹੈ। ਮੈਂ ਜਾਣਦਾ ਹਾਂ ਕਿ ਤੂੰ ਸਦਾ ਮੇਰੀ ਸੁਣਦਾ ਹੈ, ਪਰ ਮੈਂ ਇਸ ਭੀੜ ਦੇ ਕਾਰਨ ਜਿਹੜੀ ਮੇਰੇ ਇਰਦ ਗਿਰਦ ਖੜੀ ਹੈ ਕਿਹਾ ਹੈ ਕਿ ਇਹ ਵਿਸ਼ਵਾਸ ਕਰਨ ਕਿ ਤੂੰ ਹੀ ਮੈਨੂੰ ਘੱਲਿਆ ਹੈ। ਇਹ ਕਹਿ ਚੁੱਕਣ ਦੇ ਪਿੱਛੋਂ ਯੀਸ਼ੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਲਾਜ਼ਰ, ਬਾਹਰ ਆ ਜਾ। ਜੋ ਮਰ ਗਿਆ ਸੀ ਉਹ ਬਾਹਰ ਆ ਗਿਆ। ਉਸਦੇ ਹੱਥ ਪੈਰ ਬੰਨੇ ਹੋਏ ਸਨ ਅਤੇ ਉਸਦੇ ਮੂੰਹ ਦੇ ਦੁਆਲੇ ਵੀ ਰੁਮਾਲ ਬੰਨਿਆ ਹੋਇਆ ਸੀ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਉਸ ਨੂੰ ਖੋਲ ਦਿਓ ਅਤੇ ਜਾਣ ਦਿਓ। ਪ੍ਰਭੂ ਯੀਸ਼ੂ ਨੂੰ ਮਾਰਨ ਦੀ ਵਿਉਂਤ। ਬਹੁਤ ਸਾਰੇ ਯਹੂਦੀ ਜਿਹੜੇ ਮਰੀਅਮ ਕੋਲ ਆਏ ਹੋਏ ਸਨ, ਉਹਨਾਂ ਨੇ ਜੋ ਯੀਸ਼ੂ ਨੇ ਕੀਤਾ ਸੀ ਉਸ ਨੂੰ ਦੇਖਿਆ ਅਤੇ ਉਹਨਾਂ ਉੱਤੇ ਵਿਸ਼ਵਾਸ ਕੀਤਾ। ਪਰ ਉਹਨਾਂ ਵਿੱਚੋਂ ਕੁਝ ਵਾਪਸ ਫਰੀਸੀਆਂ ਕੋਲ ਗਏ ਅਤੇ ਜੋ ਯੀਸ਼ੂ ਨੇ ਕੀਤਾ ਸੀ ਉਹਨਾਂ ਨੂੰ ਦੱਸਿਆ। ਇਸ ਲਈ ਮਹਾਪੁਰੋਹਿਤਾਂ ਅਤੇ ਫਰੀਸੀਆਂ ਨੇ ਮਿਲ ਕੇ ਮਹਾਸਭਾ ਦੀ ਬੈਠਕ ਕੀਤੀ ਅਤੇ ਕਿਹਾ, ਅਸੀਂ ਕੀ ਕਰੀਏ? ਇਹ ਆਦਮੀ ਤਾਂ ਬਹੁਤ ਚਿੰਨ੍ਹ ਦਿਖਾ ਰਿਹਾ ਹੈ। ਜੇਕਰ ਅਸੀਂ ਇਸ ਨੂੰ ਇਸੇ ਤਰ੍ਹਾਂ ਛੱਡ ਦਈਏ ਤਾਂ ਸਭ ਲੋਕੀ ਇਸ ਉੱਤੇ ਵਿਸ਼ਵਾਸ ਕਰਨ ਲੱਗ ਪੈਣਗੇ। ਫਿਰ ਰੋਮੀ ਆਉਣਗੇ ਅਤੇ ਸਾਡੀ ਜਾਤੀ ਅਤੇ ਮੰਦਰ ਦੋਹਾਂ ਦਾ ਨਾਸ਼ ਕਰ ਦੇਣਗੇ। ਪਰ ਉਹਨਾਂ ਵਿੱਚੋਂ ਇੱਕ, ਜਿਸ ਦਾ ਨਾਂ ਕਾਇਫਾ ਸੀ, ਜੋ ਇੱਕ ਮਹਾਪੁਰੋਹਿਤ ਸੀ, ਬੋਲਿਆ, ਤੁਸੀਂ ਕੁਝ ਨਹੀਂ ਜਾਣਦੇ ਹੋ ਅਤੇ ਨਾ ਹੀ ਸੋਚਦੇ ਹੋ ਕਿ ਤੁਹਾਡਾ ਭਲਾ ਇਸੇ ਵਿੱਚ ਹੈ ਕਿ ਇੱਕ ਆਦਮੀ ਸਾਰੀ ਇਜ਼ਰਾਈਲ ਜਾਤੀ ਦੇ ਲਈ ਮਾਰਿਆ ਜਾਵੇ, ਬਜਾਏ ਇਸ ਦੇ ਕਿ ਸਾਰੀ ਜਾਤੀ ਦਾ ਨਾਸ਼ ਹੋਵੇ। ਇਹ ਗੱਲ ਉਸਨੇ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਦੇ ਮਹਾਪੁਰੋਹਿਤ ਹੋਣ ਦੇ ਨਾਤੇ ਅੰਗਮ ਵਾਕ ਕੀਤਾ ਸੀ ਕਿ ਯੀਸ਼ੂ ਯਹੂਦੀ ਜਾਤੀ ਦੇ ਲਈ ਮਰੇਗਾ, ਨਾ ਕੇਵਲ ਉਹਨਾਂ ਲਈ ਬਲਕਿ ਇਸ ਲਈ ਵੀ ਕਿ ਪਰਮੇਸ਼ਵਰ ਦੀ ਖਿਲਰੀ ਹੋਈ ਸੰਤਾਨ ਨੂੰ ਇਕੱਠਿਆ ਕਰਕੇ ਇੱਕ ਕਰੇ। ਇਸ ਲਈ ਉਸ ਦਿਨ ਤੋਂ ਯਹੂਦੀ ਯੀਸ਼ੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗੇ। ਇਸ ਕਾਰਨ ਉਸ ਸਮੇਂ ਤੋਂ ਯੀਸ਼ੂ ਖੁੱਲੇ ਆਮ ਯਹੂਦੀਆਂ ਵਿੱਚ ਨਾ ਚੱਲੇ ਫਿਰੇ। ਉਹ ਉੱਥੇ ਉਸ ਇਲਾਕੇ ਨੂੰ ਜੋ ਵਿਰਾਨੇ ਦੇ ਲਾਗੇ ਹੈ, ਅਰਥਾਤ ਇਫਰਾਇਮ ਨਾਂ ਦੇ ਸ਼ਹਿਰ ਨੂੰ ਚਲੇ ਗਏ ਅਤੇ ਆਪਣੇ ਚੇਲਿਆਂ ਨਾਲ ਉੱਥੇ ਹੀ ਰਹਿਣ ਲੱਗੇ। ਯਹੂਦੀਆਂ ਦਾ ਪਸਾਹ ਦਾ ਤਿਉਹਾਰ ਲਾਗੇ ਸੀ। ਬਹੁਤ ਸਾਰੇ ਲੋਕੀ ਪਿੰਡਾਂ ਤੋਂ ਯਰੂਸ਼ਲਮ ਨੂੰ ਗਏ ਤਾਂ ਜੋ ਉਹ ਆਪਣੇ ਆਪ ਨੂੰ ਸ਼ੁੱਧ ਕਰਨ। ਉਹ ਯੀਸ਼ੂ ਨੂੰ ਲੱਭ ਰਹੇ ਸਨ। ਮੰਦਰ ਵਿੱਚ ਖੜੇ ਇੱਕ ਦੂਜੇ ਤੋਂ ਪੁੱਛ ਰਹੇ ਸਨ, ਤੁਹਾਡਾ ਕੀ ਵਿਚਾਰ ਹੈ ਕਿ ਉਹ ਤਿਉਹਾਰ ਉੱਤੇ ਨਹੀਂ ਆਉਣਗੇ? ਦੂਜੇ ਪਾਸੇ ਮਹਾਪੁਰੋਹਿਤਾਂ ਅਤੇ ਫਰੀਸੀਆਂ ਨੇ ਇਹ ਆਗਿਆ ਦੇ ਰੱਖੀ ਸੀ ਕਿ ਜੇਕਰ ਕਿਸੇ ਨੂੰ ਸੂਹ ਲੱਗੇ ਕਿ ਯੀਸ਼ੂ ਕਿੱਥੇ ਹੈ ਤਾਂ ਉਹ ਦੱਸੇ ਕਿ ਉਹ ਉਹਨਾਂ ਨੂੰ ਫੜ ਲੈਣ। ਅਧਿਆਇ 12। ਪ੍ਰਭੂ ਯੀਸ਼ੂ ਦਾ ਬੈਤਨੀਆ ਵਿੱਚ ਅਭਿਸ਼ੇਕ। ਪਸਾਹ ਦੇ ਤਿਉਹਾਰ ਦੇ 6 ਦਿਨ ਪਹਿਲਾਂ ਯੀਸ਼ੂ ਬੈਤਨੀਆ ਨੂੰ ਗਏ, ਜਿੱਥੇ ਲਾਜ਼ਰ ਰਹਿੰਦਾ ਸੀ, ਜਿਸ ਨੂੰ ਯੀਸ਼ੂ ਨੇ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਸੀ। ਉੱਥੇ ਯੀਸ਼ੂ ਲਈ ਇੱਕ ਭੋਜ ਤਿਆਰ ਕੀਤਾ ਗਿਆ। ਮਾਰਥਾ ਨੇ ਭੋਜਨ ਪਰੋਸਣ ਦਾ ਕੰਮ ਸੰਭਾਲਿਆ ਅਤੇ ਲਾਜ਼ਰ ਖਾਣ ਵਾਲਿਆਂ ਦੇ ਨਾਲ ਖਾਣਾ ਖਾਣ ਬੈਠਾ। ਉਸ ਵੇਲੇ ਮਰੀਅਮ ਨੇ ਕੋਈ ਅੱਧਾ ਕਿਲੋ ਖਾਲਸ ਜਟਾਮਾਈ ਦਾ ਆਤਰ ਲਿਆ, ਜੋ ਬਹੁਤ ਕੀਮਤੀ ਸੀ, ਅਤੇ ਯੀਸ਼ੂ ਦੇ ਚਰਨਾਂ ਉੱਤੇ ਡੋਲ ਦਿੱਤਾ। ਫਿਰ ਆਪਣੇ ਵਾਲਾਂ ਨਾਲ ਉਹਨਾਂ ਦੇ ਚਰਨ ਸਾਫ਼ ਕੀਤੇ। ਅਤਰ ਦੀ ਸੁਗੰਧ ਨਾਲ ਸਾਰਾ ਘਰ ਭਰ ਗਿਆ। ਇਸ ਉੱਤੇ ਉਹਨਾਂ ਦਾ ਇੱਕ ਚੇਲਾ ਯਹੂਦਾ ਇਸਕਰਿਓਤੀ, ਜੋ ਉਹਨਾਂ ਨੂੰ ਪੜਵਾਉਣ ਵਾਲਾ ਸੀ, ਬੋਲਿਆ, ਇਹ ਅੰਤਰ 300 ਦਿਨਾਰ ਨੂੰ ਵੇਚ ਕੇ ਗਰੀਬਾਂ ਵਿੱਚ ਕਿਉਂ ਨਹੀਂ ਵੰਡਿਆ ਗਿਆ? ਉਸਨੇ ਇਹ ਗੱਲ ਇਸ ਲਈ ਨਹੀਂ ਸੀ ਕਹੀ ਕਿ ਉਹ ਗਰੀਬਾਂ ਦੀ ਚਿੰਤਾ ਕਰਦਾ ਸੀ, ਸਗੋਂ ਇਸ ਲਈ ਕਿ ਉਹ ਚੋਰ ਸੀ, ਕਿਉਂਕਿ ਉਸ ਕੋਲ ਥੈਲੀ ਰਹਿੰਦੀ ਸੀ ਜਿਸ ਵਿੱਚੋਂ ਜੋ ਕੁਝ ਉਸ ਵਿੱਚ ਰੱਖਿਆ ਜਾਂਦਾ ਸੀ ਉਹ ਕੱਢ ਲੈਂਦਾ ਸੀ। ਯੀਸ਼ੂ ਨੇ ਕਿਹਾ, ਉਸ ਨੂੰ ਰਹਿਣ ਦਿਓ, ਉਸਨੇ ਮੇਰੇ ਅੰਤਮ ਸੰਸਕਾਰ ਦੇ ਲਈ ਇਹ ਕਰਨ ਦਿਓ। ਗਰੀਬ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਤੁਹਾਡੇ ਨਾਲ ਸਦਾ ਨਹੀਂ ਰਹਾਂਗਾ। ਲਾਜ਼ਰ ਨੂੰ ਮਾਰਨ ਦੀ ਵਿਉਂਤ। ਬਹੁਤ ਸਾਰੇ ਯਹੂਦੀਆਂ ਨੂੰ ਇਹ ਪਤਾ ਲੱਗਾ ਕਿ ਯੀਸ਼ੂ ਬੈਤਨੀਆ ਵਿੱਚ ਹਨ, ਇਸ ਲਈ ਉਹ ਉੱਥੇ ਗਏ। ਉਹ ਕੇਵਲ ਯੀਸ਼ੂ ਦੇ ਕਾਰਨ ਹੀ ਨਹੀਂ ਗਏ, ਸਗੋਂ ਲਾਜ਼ਰ ਨੂੰ ਵੀ ਦੇਖਣ ਆਏ, ਜਿਸ ਨੂੰ ਯੀਸ਼ੂ ਨੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ। ਇਸ ਉੱਤੇ ਮਹਾਪੁਰੋਹਿਤਾਂ ਨੇ ਲਾਜ਼ਰ ਨੂੰ ਵੀ ਜਾਨੋਂ ਮਾਰਨ ਦੀ ਵਿਉਂਤ ਬਣਾਈ, ਕਿਉਂਕਿ ਲਾਜ਼ਰ ਦੇ ਕਾਰਨ ਹੀ ਬਹੁਤ ਸਾਰੇ ਯਹੂਦੀ ਉਹਨਾਂ ਨੂੰ ਛੱਜ ਕੇ ਯੀਸ਼ੂ ਅਤੇ ਵਿਸ਼ਵਾਸ ਕਰਨ ਲੱਗ ਪਏ ਸਨ। ਪ੍ਰਭੂ ਯੀਸ਼ੂ ਦਾ ਬੜੀ ਧੂਮ-ਧਾਮ ਨਾਲ ਯਰੂਸ਼ਲਮ ਵਿੱਚ ਜਾਣਾ। ਅਗਲੇ ਦਿਨ ਉਸ ਭੀੜ ਨੇ ਜੋ ਤਿਉਹਾਰ ਦੇ ਲਈ ਆਈ ਸੀ ਸੁਣਿਆ ਕਿ ਯੀਸ਼ੂ ਯਰੂਸ਼ਲਮ ਵਿੱਚ ਆ ਰਹੇ ਹਨ। ਭੀੜ ਦੇ ਲੋਕਾਂ ਨੇ ਖਜੂਰ ਦੀਆਂ ਟਹਿਣੀਆਂ ਤੋੜੀਆਂ ਅਤੇ ਉਹਨਾਂ ਨੂੰ ਮਿਲਣ ਲਈ ਗਏ। ਉਹ ਉੱਚੀ-ਉੱਚੀ ਕਹਿ ਰਹੇ ਸਨ, ਪਰਮੇਸ਼ਵਰ ਦੀ ਵਡਿਆਈ ਹੋਵੇ, ਉਹ ਪ੍ਰਭੂ ਦੇ ਆਉਣ ਵਾਲੇ ਇਜ਼ਰਾਈਲ ਦੇ ਰਾਜੇ ਨੂੰ ਅਸੀਸ ਦੇਵੇ। ਯੀਸ਼ੂ ਨੂੰ ਇੱਕ ਗੱਦੀ ਦਾ ਬੱਚਾ ਮਿਲ ਗਿਆ
ਉਹ ਉਸ ਉੱਤੇ ਬੈਠ ਗਏ ਜਿਸ ਤਰ੍ਹਾਂ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਸਿਯੋਨ ਦੀ ਪੁੱਤਰੀ ਭੈਭੀਤ ਨਾ ਹੋ, ਦੇਖ ਤੇਰਾ ਰਾਜਾ ਆ ਰਿਹਾ ਹੈ, ਉਹ ਗੱਦੀ ਦੇ ਬੱਚੇ ਉੱਤੇ ਸਵਾਰ ਹੈ। ਇਹ ਸਭ ਕੁਝ ਯੀਸ਼ੂ ਦੇ ਚੇਲੇ ਪਹਿਲਾਂ ਤਾਂ ਨਾ ਸਮਝੇ, ਪਰ ਜਦੋਂ ਯੀਸ਼ੂ ਮਹਿਮਾ ਪ੍ਰਾਪਤ ਕਰ ਚੁੱਕੇ ਤਾਂ ਉਹਨਾਂ ਨੂੰ ਯਾਦ ਆਇਆ ਕਿ ਧਰਮ ਗ੍ਰੰਥਾਂ ਵਿੱਚ ਯੀਸ਼ੂ ਦੇ ਬਾਰੇ ਇਹ ਲਿਖਿਆ ਹੋਇਆ ਸੀ ਕਿ ਲੋਕਾਂ ਨੇ ਯੀਸ਼ੂ ਦੇ ਨਾਲ ਉਸੇ ਤਰ੍ਹਾਂ ਹੀ ਕੀਤਾ। ਉਹਨਾਂ ਲੋਕਾਂ ਨੇ ਗਵਾਹੀ ਦਿੱਤੀ ਜਿਹੜੇ ਯੀਸ਼ੂ ਦੇ ਨਾਲ ਉਸ ਵੇਲੇ ਸਨ ਜਦੋਂ ਉਹਨਾਂ ਨੇ ਲਾਜ਼ਰ ਨੂੰ ਕਬਰ ਵਿੱਚੋਂ ਆਵਾਜ਼ ਨਾਲ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਸੀ। ਲੋਕਾਂ ਦੀ ਭੀੜ ਇਸ ਕਾਰਨ ਵੀ ਯੀਸ਼ੂ ਨੂੰ ਮਿਲਣ ਗਈ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਯੀਸ਼ੂ ਨੇ ਇਹ ਸੰਕੇਤਕ ਚਿੰਨ੍ਹ ਦਿਖਾਇਆ ਹੈ। ਇਸ ਉੱਤੇ ਫਰੀਸੀ ਇੱਕ ਦੂਜੇ ਨੂੰ ਕਹਿਣ ਲੱਗੇ, ਦੇਖ ਤੁਹਾਡੇ ਤੋਂ ਕੁਝ ਨਹੀਂ ਹੋ ਰਿਹਾ, ਸਾਰੇ ਲੋਕੀ ਉਸ ਦੇ ਪਿੱਛੇ ਹੋ ਗਏ ਹਨ। ਯੂਨਾਨੀਆਂ ਦੀ ਬੇਨਤੀ, ਜਿਹੜੇ ਲੋਕੀ ਤਿਉਹਾਰ ਉੱਤੇ ਉਪਾਸਨਾ ਕਰਨ ਦੇ ਲਈ ਆਏ ਹੋਏ ਸਨ, ਉਹਨਾਂ ਵਿੱਚੋਂ ਕੁਝ ਯੂਨਾਨੀ ਲੋਕ ਵੀ ਸਨ। ਉਹ ਯੂਨਾਨੀ ਫਿਲਿਪੁਸ ਕੋਲ ਆਏ। ਫਿਲਿਪੁਸ ਗਲੀਲ ਦੇ ਨਗਰ ਬੈਤਸੈਦਾ ਦਾ ਰਹਿਣ ਵਾਲਾ ਸੀ। ਉਹ ਯੂਨਾਨੀਆਂ ਨੇ ਫਿਲਿਪੁਸ ਅੱਗੇ ਬੇਨਤੀ ਕੀਤੀ, ਸ਼੍ਰੀਮਾਨ ਜੀ, ਅਸੀਂ ਯੀਸ਼ੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਫਿਲਿਪੁਸ ਨੇ ਅੰਦਰਿਆਸ ਕੋਲ ਜਾ ਕੇ ਇਹ ਦੱਸਿਆ। ਫਿਰ ਉਹਨਾਂ ਦੋਹਾਂ ਨੇ ਯੀਸ਼ੂ ਨੂੰ ਇਹ ਦੱਸਿਆ। ਯੀਸ਼ੂ ਨੇ ਉਹਨਾਂ ਦੋਹਾਂ ਨੂੰ ਉੱਤਰ ਦਿੱਤਾ, ਮਨੁੱਖ ਦੇ ਪੁੱਤਰ ਦੀ ਮਹਿਮਾ ਪ੍ਰਾਪਤੀ ਦਾ ਸਮਾਂ ਆ ਗਿਆ ਹੈ। ਮੈਂ ਤੁਹਾਨੂੰ ਇੱਕ ਸੱਚਾਈ ਦੱਸਦਾ ਹਾਂ, ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਉਹ ਇਕੱਲਾ ਹੀ ਰਹਿੰਦਾ ਹੈ, ਪਰ ਜਦੋਂ ਇਹ ਮਰ ਜਾਂਦਾ ਹੈ ਤਾਂ ਇਹ ਬਹੁਤ ਫਲਦਾ ਹੈ। ਜੋ ਆਪਣੇ ਪ੍ਰਾਣ ਨਾਲ ਪਿਆਰ ਕਰਦਾ ਹੈ ਉਸ ਨੂੰ ਨਾਸ਼ ਕਰਦਾ ਹੈ, ਪਰ ਉਹ ਜੋ ਆਪਣੇ ਪ੍ਰਾਣ ਨੂੰ ਇਸ ਸੰਸਾਰ ਵਿੱਚ ਨਫ਼ਰਤ ਕਰਦਾ ਹੈ ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ। ਜੋ ਕੋਈ ਮੇਰੀ ਸੇਵਾ ਕਰਨਾ ਚਾਹੁੰਦਾ ਹੈ ਮੇਰੇ ਪਿੱਛੇ ਚੱਲੇ, ਤਾਂ ਜੋ ਜਿੱਥੇ ਮੈਂ ਹਾਂ ਮੇਰਾ ਸੇਵੇਦਾਰ ਹੋਵੇ। ਜੋ ਮੇਰੀ ਸੇਵਾ ਕਰਦਾ ਹੈ ਮੇਰੇ ਪਿਤਾ ਉਸ ਦਾ ਆਦਰ ਕਰਨਗੇ। ਪ੍ਰਭੂ ਯੀਸ਼ੂ ਆਪਣੀ ਮੌਤ ਬਾਰੇ ਦੱਸਦੇ ਹਨ, ਮੇਰੀ ਆਤਮਾ ਦੁਖੀ ਹੈ, ਮੈਂ ਕੀ ਕਰਾਂ? हे ਪਿਤਾ, ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾ, ਪਰ ਇਸੇ ਘੜੀ ਲਈ ਤਾਂ ਮੈਂ ਆਇਆ ਹਾਂ। ਪਿਤਾ, ਆਪਣੇ ਨਾਂ ਦੀ ਵਡਿਆਈ ਕਰ। ਇਸ ਉੱਤੇ ਇੱਕ ਆਵਾਜ਼ ਆਕਾਸ਼ ਤੋਂ ਆਈ, ਮੈਂ ਉਸ ਦੀ ਵਡਿਆਈ ਕੀਤੀ ਹੈ ਅਤੇ ਇੱਕ ਵਾਰੀ ਫਿਰ ਕਰਾਂਗਾ। ਜੋ ਭੀੜ ਉੱਥੇ ਖੜੀ ਸੀ ਉਸਨੇ ਇਹ ਆਵਾਜ਼ ਸੁਣੀ ਅਤੇ ਉਸ ਵਿੱਚੋਂ ਕੁਝ ਬੋਲੇ, ਬੱਦਲ ਗਰਜਿਆ ਹੈ, ਪਰ ਕੁਝ ਹੋਰ ਬੋਲੇ ਨਹੀਂ, ਉਸ ਨਾਲ ਸਵਰਗਦੂਤ ਬੋਲਿਆ। ਯੀਸ਼ੂ ਨੇ ਉੱਤਰ ਦਿੱਤਾ, ਇਹ ਆਵਾਜ਼ ਮੇਰੇ ਲਈ ਨਹੀਂ ਸੀ, ਸਗੋਂ ਤੁਹਾਡੇ ਲਈ ਸੀ। ਹੁਣ ਇਸ ਜੱਗ ਦੇ ਨਿਆਂ ਦਾ ਸਮਾਂ ਆ ਗਿਆ ਹੈ। ਇਸ ਜੱਗ ਦਾ ਸਰਦਾਰ ਕੱਢਿਆ ਜਾ ਰਿਹਾ ਹੈ। ਜੇਕਰ ਮੈਂ ਜ਼ਮੀਨ ਤੋਂ ਉੱਚਾ ਕੀਤਾ ਜਾਵਾਂਗਾ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ। ਇਹ ਕਹਿਣ ਦੇ ਰਾਹੀਂ ਉਹਨਾਂ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨਗੇ। ਭੀੜ ਨੇ ਉਹਨਾਂ ਨੂੰ ਉੱਤਰ ਦਿੱਤਾ, ਅਸੀਂ ਵਿਵਸਥਾ ਵਿੱਚੋਂ ਸੁਣਿਆ ਹੈ ਕਿ ਮਸੀਹ ਅਨੰਤ ਕਾਲ ਤੱਕ ਜ਼ਿੰਦਾ ਰਹੇਗਾ। ਫਿਰ ਤੂੰ ਕਿਸ ਤਰ੍ਹਾਂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਉੱਚਾ ਕੀਤਾ ਜਾਵੇਗਾ? ਇਹ ਮਨੁੱਖ ਦਾ ਪੁੱਤਰ ਕੌਣ ਹੈ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਚਾਨਣ ਥੋੜੇ ਚਿਰ ਲਈ ਤੁਹਾਡੇ ਵਿੱਚ ਹੈ। ਜਦੋਂ ਤੱਕ ਚਾਨਣ ਹੈ ਚੱਲਦੇ ਚੱਲੋ, ਤਾਂ ਜੋ ਹਨੇਰਾ ਤੁਹਾਨੂੰ ਘੇਰੇ ਵਿੱਚ ਨਾ ਲੈ ਜਾਵੇ। ਜੋ ਹਨੇਰੇ ਵਿੱਚ ਚੱਲਦਾ ਹੈ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ। ਜਦੋਂ ਤੱਕ ਚਾਨਣ ਤੁਹਾਡੇ ਕੋਲ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੀ ਸੰਤਾਨ ਬਣੋ। ਯਹੂਦੀਆਂ ਦਾ ਅਵਿਸ਼ਵਾਸ। ਇਹ ਕਹਿ ਕੇ ਯੀਸ਼ੂ ਚਲੇ ਗਏ ਅਤੇ ਉਹਨਾਂ ਤੋਂ ਲੁਕੇ ਰਹੇ। ਬੇਸ਼ੱਕ ਯੀਸ਼ੂ ਨੇ ਉਹਨਾਂ ਦੇ ਸਾਹਮਣੇ ਇੰਨੇ ਸੰਕੇਤ ਚਿੰਨ੍ਹ ਦਿਖਾਏ, ਪਰ ਫਿਰ ਵੀ ਉਹਨਾਂ ਯੀਸ਼ੂ ਉੱਤੇ ਵਿਸ਼ਵਾਸ ਨਾ ਕੀਤਾ, ਇਸ ਲਈ ਕਿ ਯਸਾਯਾਹ ਨਬੀ ਦੇ ਕਹੇ ਹੋਏ ਵਾਕ ਪੂਰੇ ਹੋਣ। हे ਪ੍ਰਭੂ, ਕਿਸ ਨੇ ਸਾਡੇ ਉਪਦੇਸ਼ ਉੱਤੇ ਵਿਸ਼ਵਾਸ ਕੀਤਾ? ਕਿਸ ਉੱਤੇ ਪ੍ਰਭੂ ਦੀਆਂ 12 ਦਾ ਜ਼ੋਰ ਪ੍ਰਗਟ ਹੋਇਆ ਹੈ? ਉਹਨਾਂ ਨੇ ਵਿਸ਼ਵਾਸ ਨਾ ਕੀਤਾ ਕਿਉਂਕਿ ਯਸਾਯਾਹ ਨੇ ਇਹ ਵੀ ਕਿਹਾ ਸੀ, ਉਸੇ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦੇ ਦਿਲ ਪੱਥਰ ਕਰ ਦਿੱਤੇ ਕਿ ਕਿਤੇ ਉਹ ਆਪਣੀਆਂ ਅੱਖਾਂ ਨਾਲ ਦੇਖਣ ਅਤੇ ਮਨ ਨਾਲ ਸਮਝਣ ਅਤੇ ਮੇਰੇ ਵੱਲ ਮੁੜਨ ਕਿ ਮੈਂ ਉਹਨਾਂ ਨੂੰ ਚੰਗਿਆ ਕਰਾਂ। ਯਸਾਯਾਹ ਨਬੀ ਨੇ ਇਹ ਕਿਹਾ ਕਿਉਂਕਿ ਉਸਨੇ ਯੀਸ਼ੂ ਦੀ ਮਹਿਮਾ ਦੇਖੀ ਅਤੇ ਉਹਨਾਂ ਦੇ ਬਾਰੇ ਬੋਲਿਆ। ਫਿਰ ਵੀ ਬਹੁਤ ਸਾਰੇ ਅਧਿਕਾਰੀਆਂ ਨੇ ਯੀਸ਼ੂ ਉੱਤੇ ਵਿਸ਼ਵਾਸ ਕੀਤਾ, ਪਰ ਫਰੀਸੀਆਂ ਦੇ ਡਰ ਕਾਰਨ ਸਵੀਕਾਰ ਨਾ ਕੀਤਾ ਕਿ ਕਿਤੇ ਉਹ ਪ੍ਰਾਰਥਨਾ ਘਰ ਵਿੱਚੋਂ ਛੇਕ ਨਾ ਦਿੱਤੇ ਜਾਣ। ਉਹਨਾਂ ਨੂੰ ਪਰਮੇਸ਼ਵਰ ਦੇ ਆਦਰ ਦੀ ਥਾਂ ਮਨੁੱਖ ਦਾ ਆਦਰ ਜ਼ਿਆਦਾ ਪਿਆਰਾ ਸੀ। ਪ੍ਰਭੂ ਯੀਸ਼ੂ ਦੇ ਸ਼ਬਦਾਂ ਦੁਆਰਾ ਨਿਆਂ। ਯੀਸ਼ੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਜੋ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਉਹ ਮੇਰੇ ਉੱਤੇ ਨਹੀਂ ਸਗੋਂ ਮੇਰੇ ਘੱਲਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ। ਜੋ ਮਨੁੱਖ ਮੈਨੂੰ ਦੇਖਦਾ ਹੈ ਮੇਰੇ ਘੱਲਣ ਵਾਲੇ ਨੂੰ ਵੀ ਦੇਖਦਾ ਹੈ। ਮੈਂ ਸੰਸਾਰ ਦਾ ਚਾਨਣ ਸੰਸਾਰ ਵਿੱਚ ਆਇਆ ਹਾਂ। ਜੋ ਕੋਈ ਮੇਰੇ ਉੱਤੇ ਵਿਸ਼ਵਾਸ ਕਰੇ ਹਨੇਰੇ ਵਿੱਚ ਨਾ ਰਹੇ। ਜੋ ਕੋਈ ਮੇਰੇ ਸ਼ਬਦ ਸੁਣਦਾ ਹੈ ਪਰ ਉਹਨਾਂ ਉੱਤੇ ਚੱਲਦਾ ਨਹੀਂ ਹੈ, ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ
ਕਿਉਂਕਿ ਮੇਰੇ ਸੰਸਾਰ ਨੂੰ ਦੋਸ਼ੀ ਠਹਿਰਾਉਣਾ ਨਹੀਂ ਆਇਆ, ਸਗੋਂ ਇਸ ਨੂੰ ਬਚਾਉਣ ਲਈ ਆਇਆ ਹਾਂ। ਜੋ ਮੈਨੂੰ ਰੱਦਦਾ ਹੈ ਅਤੇ ਮੇਰੇ ਸ਼ਬਦ ਨੂੰ ਸਵੀਕਾਰ ਨਹੀਂ ਕਰਦਾ, ਉਸ ਨੂੰ ਦੋਸ਼ੀ ਠਹਿਰਾਉਣ ਵਾਲਾ ਇੱਕ ਹੀ ਹੈ। ਜੋ ਸ਼ਬਦ ਮੈਂ ਕਿਹਾ ਹੈ ਉਹ ਇਸ ਨੂੰ ਅੰਤਮ ਦਿਨ ਦੋਸ਼ੀ ਠਹਿਰਾਏਗਾ, ਕਿਉਂਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਿਹਾ, ਪਰ ਪਿਤਾ ਜਿਸ ਨੇ ਮੈਨੂੰ ਘੱਲਿਆ ਉਸਨੇ ਆਗਿਆ ਦਿੱਤੀ ਹੈ ਕਿ ਮੈਂ ਕੀ ਕਹਾਂ ਅਤੇ ਕੀ ਬੋਲਾਂ। ਮੈਂ ਜਾਣਦਾ ਹਾਂ ਕਿ ਉਸ ਦੀ ਆਗਿਆ ਅਨੰਤ ਜੀਵਨ ਦਾ ਸੋਮਾ ਹੈ। ਇਸ ਲਈ ਜੋ ਕੁਝ ਵੀ ਮੈਂ ਕਹਿੰਦਾ ਹਾਂ ਉਸਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਿਤਾ ਮੈਨੂੰ ਕਹਿੰਦਾ ਹੈ